ਧੰਨ ਵਾਹਿਗੁਰੂ ਜੀਓ। ਪਤਿਤ ਪਾਵਨ ਮਾਧੋ ਬਿਰਦ ਤੇਰਾ, ਧੰਨ ਤੀ ਵੈ ਮੁਨ ਜਨ, ਜਿਨ ਧਿਆਇਓ ਹਰਿ ਪ੍ਰਭ ਮੇਰਾ। ਮੇਰੇ ਮਾਥੈ ਲਾਗੀ ਲੈ ਧੂਰ, ਗੋਬਿੰਦ ਚਰਨਨ ਕੀ। ਸੁਰ ਨਰ ਮਨ ਜਨ, ਤਿਨਹੂ ਤੇ ਦੂਰ ਰਹਾਉ। ਦੀਨ ਕਾ ਦਇਆਲ ਮਾਧੋ, ਗਰਭ ਪਰਹਾਰੀ। ਚਰਨ ਸ਼ਰਨ ਨਾਮਾ ਬਾਲ ਤਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਿਹਰ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਆਪਾਂ ਸਮਝਣ ਦਾ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਯਤਨ ਕਰਦੇ ਹਾਂ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 694 ਉੱਤੇ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਰਾਗ ਧਨਾਸਰੀ ਦੀ ਭਗਤ ਬਾਣੀ ਦੇ ਵਿੱਚ ਬਾਬਾ ਨਾਮਦੇਵ ਸਾਹਿਬ ਜੀ ਦਾ ਇਹ 5ਵਾਂ ਸ਼ਬਦ ਹੈ ਔਰ ਇਸ ਰਾਗ ਦੇ ਵਿੱਚ ਕੁੱਲ ਉਹਨਾਂ ਦੇ 5 ਹੀ ਸ਼ਬਦ ਦਰਜ ਹਨ। ਇਸ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਇੱਕ ਖਾਸ ਲਫ਼ਜ਼ ਦੀ ਵਰਤੋਂ ਜਿਹੜੀ ਹੈ ਬਾਬਾ ਨਾਮਦੇਵ ਸਾਹਿਬ ਜੀ ਨੇ ਕੀਤੀ ਹੈ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰ ਇਹ ਸ਼ਬਦ ਆਇਆ ਹੈ। ਧੂਰ, ਧੂਰ ਦਾ ਭਾਵ ਹੈ ਮਿੱਟੀ। ਇਸ ਨੂੰ ਹਾਂ ਪੱਖੀ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ ਤੇ ਨਾ ਪੱਖੀ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ। ਜਿਵੇਂ ਇੱਕ ਜਗ੍ਹਾ ਦੇ ਉੱਤੇ ਗੁਰਬਾਣੀ ਦੇ ਵਿੱਚ ਆਉਂਦਾ ਹੈ, ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਹਨ, ਨਾਮ ਬਿਹੂਨੇ ਨਾਨਕਾ, ਹੋਤ ਜਾਤ ਸਭ ਧੂਰ। ਉਹ ਖਾਕ ਹੋ ਜਾਂਦੇ ਹਨ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਹੋ ਜਾਣ। ਇਸ ਦਾ ਭਾਵ ਇਹ ਹੈ ਕਿ ਉਹਨਾਂ ਦੇ ਜੀਵਨ ਉੱਤੇ ਵਿਕਾਰਾਂ ਦੀ ਮੈਲ ਲੱਗਦੀ ਹੈ। ਉਹ ਮੈਲੇ ਆਚਰਣ ਵਾਲੇ ਹੋ ਜਾਂਦੇ ਹਨ। ਉਹਨਾਂ ਦੀ ਸੁਰਤ ਉੱਤੇ ਵਿਕਾਰਾਂ ਦੇ ਮੰਦੇ ਖਿਆਲਾਂ ਦਾ ਪ੍ਰਭਾਵ ਹਾਵੀ ਹੋ ਜਾਂਦਾ ਹੈ। ਉਹਨਾਂ ਦਾ ਆਤਮਾ ਅਸ਼ੁੱਧ ਅਤੇ ਕਰੂਪ ਹੋ ਜਾਂਦਾ ਹੈ। ਉੱਥੇ ਧੂਰ ਸ਼ਬਦ ਜਿਹੜਾ ਹੈ ਮਲੀਨਤਾ ਦਾ ਪ੍ਰਤੀਕ ਹੈ। ਨੈਗੇਟਿਵ ਅਰਥਾਂ ਦੇ ਵਿੱਚ ਉਸ ਨੂੰ ਵਰਤਿਆ ਗਿਆ ਹੈ। ਬਹੁਤਾਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਧੂਰ ਸ਼ਬਦ ਜਿਹੜਾ ਹੈ ਉਹ ਪੋਜ਼ਿਟਿਵ ਅਰਥਾਂ ਵਿੱਚ ਵੀ ਵਰਤਿਆ ਗਿਆ।
ਸਤਿਗੁਰੂ ਦੀ ਪਾਵਨ ਬਾਣੀ ਵਿੱਚ ਇਹ ਵੇਖਣ ਵਿੱਚ ਆਇਆ ਹੈ, ਇੱਕ ਲਫ਼ਜ਼ ਦੇ ਪ੍ਰਕਰਣ ਦੇ ਮੁਤਾਬਕ ਅਰਥ ਬਦਲ ਜਾਂਦੇ ਹਨ, ਵੱਖਰੇ ਵੱਖਰੇ ਅਰਥ ਹੋ ਜਾਂਦੇ ਹਨ। ਉੱਥੇ ਇਹ ਵੇਖਣਾ ਹੈ ਕਿਸ ਸੰਦਰਭ ਵਿੱਚ, ਕਿਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਗਈ ਹੈ। ਤੇ ਕਈ ਵਾਰ ਜਿਵੇਂ ਇੱਕ ਲਫ਼ਜ਼ ਦੇ ਬਹੁਤੇ ਅਰਥ ਵੀ ਬਣ ਜਾਂਦੇ ਹਨ ਬਾਣੀ ਵਿੱਚ, ਤੇ ਬਹੁਤੇ ਅਰਥਾਂ ਵਾਲਾ ਇੱਕ ਲਫ਼ਜ਼ ਵੀ ਬਾਣੀ ਦੇ ਵਿੱਚ ਵਰਤਿਆ ਗਿਆ। ਇਹ ਮੈਂ ਅੱਗੇ ਵੀ ਉਦਾਹਰਣ ਦਿੱਤੀ ਸੀ। ਜਿਵੇਂ ਆਪਾਂ ਧੂਰ ਸ਼ਬਦ ਪੜ੍ਹਿਆ, ਇਹ ਨੈਗੇਟਿਵ ਅਰਥਾਂ ਤੇ ਪੋਜ਼ਿਟਿਵ ਅਰਥਾਂ, ਹਾਂ ਤੇ ਨਾ, ਦੋਵਾਂ ਪੱਖਾਂ ਵਿੱਚ ਵਰਤਿਆ। ਮਲੀਨਤਾ ਲਈ ਵੀ ਵਰਤਿਆ ਤੇ ਸਮਰਪਣ ਭਾਵ ਲਈ ਵਰਤਿਆ। ਸ਼ਬਦ ਇੱਕੋ ਹੀ ਹੈ, ਧੂਰ। ਤੇ ਹੁਣ ਅੰਮ੍ਰਿਤ ਸ਼ਬਦ ਵੇਖੋ, ਸ਼ਬਦ ਇੱਕ ਹੈ, ਅਰਥ ਜ਼ਿਆਦੇ ਹਨ। ਤੋ ਜ਼ਿਆਦੇ ਅਰਥਾਂ ਵਾਲਾ ਇੱਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਅੰਮ੍ਰਿਤ ਦਾ ਅਰਥ ਮਿੱਠਾ ਵੀ ਹੈ, ਅੰਮ੍ਰਿਤ ਦਾ ਅਰਥ ਆਤਮਿਕ ਜੀਵਨ ਦੇਣ ਵਾਲਾ ਵੀ ਹੈ, ਅੰਮ੍ਰਿਤ ਦਾ ਅਰਥ ਸ਼ੁੱਧ ਵੀ ਹੈ। ਇਸ ਤਰ੍ਹਾਂ ਵੱਖਰੇ ਵੱਖਰੇ ਅਰਥਾਂ ਵਿੱਚ ਗੁਰਬਾਣੀ 'ਚ ਇਸ ਸ਼ਬਦ ਦੀ ਵਰਤੋਂ ਹੋਈ। ਜਦੋਂ ਹਜ਼ੂਰ ਦਾ ਇਹ ਵਾਕ ਅਸੀਂ ਪੜ੍ਹਦੇ ਹਾਂ, ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ, ਲੱਧੇ ਹੱਬੇ ਥੋਕੜੇ ਨਾਨਕ ਹਰ ਧਨ ਬਾਲ। ਜਾਂ ਫਿਰ ਇਹ ਵਾਕ ਆਪ ਜੀ ਪੜ੍ਹਦੇ ਹੋ, ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇੱਥੇ ਕੇਵਲ ਅੱਖਰੀ ਅਰਥ ਨਹੀਂ ਲੈਣੇ ਹਨ, ਕਿਉਂਕਿ ਕਿਸੇ ਗੱਲ ਨੂੰ ਭਾਵ, ਹੁਣ ਜਿਵੇਂ ਆਪਾਂ ਹੀ ਧਾਰਮਿਕ ਬੋਲੀ ਵਿੱਚ ਨਾ ਸਾਨੂੰ ਕੋਈ ਪੁੱਛੇ ਜੀ ਕਿੱਥੇ ਰਹਿੰਦੇ ਹੋ, ਤੇ ਆਪਾਂ ਕਹਦੇ ਨਹੀਂ ਤੁਹਾਡੇ ਚਰਨਾਂ 'ਚ ਰਹਿੰਦੇ, ਹੋਰ ਕਿੱਥੇ ਰਹਿਣਾ। ਹੁਣ ਚਰਨਾਂ 'ਚ ਕੋਈ ਬੈੱਡ ਨਹੀਂ ਲੱਗਾ ਹੋਇਆ ਜਾਂ ਕੁਰਸੀ ਨਹੀਂ ਲੱਗੀ ਹੋਈ ਜਿੱਥੇ ਬੰਦਾ ਬਹਿ ਜਾਂਦਾ, ਜਾਂ ਕੋਈ ਬਹਿਣ ਦੀ ਥਾਂ ਨਹੀਂ ਹਨ, ਪਰ ਉਹਦਾ ਅਸੀਂ ਭਾਵ ਵੀ ਲੈਂਦੇ ਹਾਂ ਨਾ, ਕਿ ਜਾਂ ਸੱਚਮੁੱਚ ਉਹਦੇ ਪੈਰਾਂ 'ਚ ਬਹਿ ਜਾਂਦੇ ਹਾਂ। ਇਹਨੂੰ ਅਸੀਂ ਕਹਿੰਦੇ ਹਾਂ, ਬੋਲੀ ਦੇ ਵਿੱਚ ਮੁਹਾਵਰੇ ਆਉਂਦੇ ਹਨ ਜਿਹੜੇ ਕਿਸੇ ਭਾਵ ਨੂੰ ਬਿਆਨ ਕਰਦੇ ਹਨ। ਇਹ ਸਵਾਦ ਹੁੰਦਾ ਹੈ ਬੋਲੀ ਦਾ। ਉਹਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਪ੍ਰਤੀਕ ਨੇ, ਉਹਨਾਂ ਪ੍ਰਤੀਕਾਂ ਦੇ ਭਾਵ ਨੂੰ ਸਮਝਣਾ ਹੁੰਦਾ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਇਸ ਤਰ੍ਹਾਂ ਪ੍ਰਤੀਕ, ਕਿਉਂਕਿ ਬੋਲੀ ਸਧਾਰਨ ਬੋਲੀ ਮਹਾਰਾਜ ਨੇ ਬਾਣੀ 'ਚ ਵਰਤੀ ਹੈ, ਤੇ ਉਹਦੇ ਪ੍ਰਤੀਕ ਵਰਤੇ ਨੇ, ਬੋਲੀ ਦੇ ਮੁਹਾਵਰੇ ਵੀ ਵਰਤੇ ਨੇ। ਉਹਦੇ ਪਿੱਛੇ ਜਿਹੜਾ ਖੜਾ ਭਾਵ ਹੈ, ਜਿਹੜੀ ਫੀਲਿੰਗ ਹੈ, ਜੋ ਸਤਿਗੁਰੂ ਜੀ ਉਹਦੇ ਵਿੱਚੋਂ ਸੁਨੇਹਾ ਦੇਣਾ ਚਾਹੁੰਦੇ ਹਨ, ਉਹਨਾਂ ਲਫ਼ਜ਼ਾਂ ਦੇ ਰਾਹੀਂ ਉਹਨੂੰ ਗ੍ਰਹਿਣ ਕਰਨਾ ਹੈ। ਪਰ ਕੁਝ ਲਫ਼ਜ਼ ਨੇ ਜਿਹੜੇ ਅਸੀਂ ਸੌਖੇ ਕਰ ਸਕਦੇ, ਅੱਖਰੀ ਅਰਥਾਂ ਵਿੱਚ ਲੈ ਲੈ, ਤੇ ਕੁਝ ਜਿਹੜੇ ਹਨ ਉਹ ਭਾਵ ਅਰਥਾਂ 'ਚ ਲੈ ਲੈ। ਹੁਣ ਜੇ ਕੋਈ ਗੁਰਬਾਣੀ ਵਿੱਚ ਇਹ ਜਦੋਂ ਇਹ ਗੱਲ ਆਉਂਦੀ ਹੈ, ਤਾਂ ਆਪਾਂ ਉੱਥੇ ਬਾਹਰੋਂ ਧੂੜ ਜਿਹੜੀ ਉਹ ਇਕੱਠੀ ਕਰਕੇ ਮੱਥੇ ਨੂੰ ਲਾਉਣ ਲੱਗ ਜਾਂਦੇ ਹਾਂ ਵੀ ਇਹ ਤਾਂ ਜੀ ਬਾਣੀ 'ਚ ਵੀ ਲਿਖਿਆ। ਬਾਣੀ ਤਾਂ ਇਹ ਵੀ ਲਿਖਿਆ, ਕੇਸਾਂ ਕਾ ਕਰ ਚਵਰ ਢੁਲਾਵਾਂ, ਚਰਨ ਧੂਰ ਮੁਖ ਲਾਈ, ਮਗਰਲੀ ਤੇ ਮੰਨ ਲਈ, ਪਹਿਲੀ ਕੌਣ ਮੰਨੇਗਾ? ਕੇਸਾਂ ਦਾ ਚੌਰ ਕੌਣ ਕਰੇਗਾ? ਤੁਸੀਂ ਇਜਾਜ਼ਤ ਦਿਓਗੇ ਦਰਬਾਰ ਹਾਲ 'ਚ ਕਿਸੇ ਨੂੰ ਨੰਗੇ ਸਿਰ ਬਹਿਣ ਦੀ? ਸਿਰੋਂ ਨੰਗਾ ਹੀ ਸਾਡਾ ਜਿਹੜਾ ਇੱਥੋਂ ਦਾ ਰੂਲ ਹੈ, ਸਾਡੀ ਤਹਿਜੀਬ ਹੈ, ਜਿਹੜੀ ਜੋ ਸਾਡਾ ਕਲਚਰ ਹੈ, ਜੋ ਸਾਡਾ ਨਿਯਮ ਹੈ, ਉਹ ਹੈ ਅਦਬ। ਅਦਬ ਦੇ ਵਿੱਚ ਅਸੀਂ ਸਿਰ ਢੱਕ ਕੇ ਰੱਖਦੇ ਹਾਂ। ਸਾਡੇ ਕਲਚਰ ਵਿੱਚ ਸਿਰ ਢੱਕਣਾ ਅਦਬ ਦੀ ਨਿਸ਼ਾਨੀ। ਵੱਡੇ ਨੂੰ ਵੇਖ ਕੇ ਛੋਟਾ ਸਿਰ ਕੱਜ ਲੈਂਦਾ, ਪ੍ਰਸ਼ਾਦਾ ਛਕਣ ਲੱਗਿਆ ਸਿਰ ਕੱਜ ਲੈਂਦਾ। ਅਸੀਂ ਗੁਰੂ ਦੀ ਹਜ਼ੂਰੀ ਸੰਗਤੀ ਰੂਪ ਜਾਂ ਵੈਸੇ ਹੀ ਕਿਸੇ ਇਕੱਠ 4 ਜੀਆਂ 'ਚ ਵੀ ਬਹਿਣਾ ਹੋਵੇ ਤੇ ਅਸੀਂ ਸਿਰ ਕੱਜ ਲੈਂਦੇ ਹਾਂ। ਇਹ ਸਾਡੀ ਤਹਿਜੀਬ ਹੈ, ਇਹ ਸਾਡਾ ਜੀਵਨ ਢੰਗ ਹੈ, ਸਾਡਾ ਕਲਚਰ ਹੈ, ਇਹ ਸਾਡਾ ਰੂਲ ਹੈ, ਸਮਾਜਿਕ ਨਿਯਮ ਹੈ। ਪਰ ਜੇ ਤੁਸੀਂ ਹੁਣ ਇੱਥੇ ਅਸੀਂ ਕਿਸੇ ਨੂੰ ਨੰਗੇ ਸਿਰ ਵੀ ਬੈਠਣ ਦੀ ਇਜਾਜ਼ਤ ਨਹੀਂ ਦੇ ਸਕਦੇ, ਕਿਉਂਕਿ ਸਾਡੀ ਤਹਿਜੀਬ ਦੇ ਵਿਰੁੱਧ ਹੈ ਇਹ ਗੱਲ। ਤੇ ਹਜ਼ੂਰ ਤਾਂ ਕਹਿੰਦੇ ਨੇ, ਤੁਸੀਂ ਮੈਂ ਤੇਰੇ ਉੱਤੇ ਕੇਸਾਂ ਦਾ ਚੌਰ ਚੁਲਾ ਦਿਆਂ। ਏਡੀ ਵੱਡੀ ਗੱਲ ਤਾਂ ਕੋਈ ਕਰਨੀ ਨਹੀਂ ਨਾ ਦਏਗਾ। ਇਹ ਮੈਂ ਇਸ ਕਰਕੇ ਉਦਾਹਰਨ ਦਿੱਤੀ ਹੈ ਵੀ ਜੇ ਮਗਰਲੇ 2 ਲਫ਼ਜ਼ਾਂ ਦੇ ਅੱਖਰੀ ਅਰਥ ਨੇ ਤੇ ਪਹਿਲਿਆਂ ਦੇ ਅੱਖਰੀ ਅਰਥ ਮੰਨਦਿਆਂ ਸਾਨੂੰ ਕੀ ਦਿੱਕਤ ਹੈ? ਲਿਖਿਆ ਤੇ ਬਾਣੀ 'ਚ ਹੀ ਹੈ ਨਾ। ਪਰ ਸਾਨੂੰ ਪਤਾ ਹੈ ਵੀ ਇਹ ਪੋਸੀਬਲ ਨਹੀਂ, ਇਹ ਕਠਨ ਮਾਰਗ ਹੈ। ਕੇਸਾਂ ਕਾ ਕਰ ਚਵਰ ਢੁਲਾਵਾਂ, ਮਗਰਲਾ ਜਿਹੜਾ ਸੁਖੈਨ ਉਹ ਦਰਬਾਰ ਹਾਲ ਤੋਂ ਬਾਹਰ ਹੀ ਹੋ ਜਾਣਾ
ਵੀ ਜਿਹਦੇ ਨਾਲ ਨਹੀਂ ਵੀ ਬਣਦੀ, ਗੁਰਦੁਆਰੇ ਵੀ ਜਿਹਨੂੰ ਨਹੀਂ ਨਾ ਖਵਾਉਣਾ ਹੁੰਦਾ, ਉਹਦੇ ਵੀ ਜੋੜੇ ਚੁੱਕ ਕੇ ਅਸੀਂ ਮੱਥੇ ਨੂੰ ਲਾ ਹੀ ਲੈਣੇ। ਅੰਦਰੋਂ ਖੌਰ ਨਹੀਂ ਗਵਾਉਣੀ, ਬਾਹਰੋਂ ਠੀਕ ਠਾਕ ਹੈ ਸਾਰਾ ਕੁਝ। ਨਹੀਂ, ਇਹ ਦੰਭ, ਇਹ ਵਿਖਾਵਾ, ਇਹ ਸਾਡੇ ਅੰਤਰ ਆਤਮੇ ਨੂੰ ਬਦਲ ਨਹੀਂ ਸਕਦਾ। ਸਾਨੂੰ ਆਪਣੇ ਅੰਦਰੋਂ ਨਿਮਰਤਾ ਤੇ ਸਹਿਜ ਲਿਆਉਣਾ ਪਏਗਾ, ਤੇ ਉਹ ਆਏਗਾ ਅਭਿਆਸ ਨਾਲ। ਉਹ ਅਭਿਆਸ ਕਾਹਦਾ ਹੈ? ਆਪਣੀ ਈਗੋ ਨਾਲ ਲੜਨ ਦਾ। ਤੇ ਆਪਣੀ ਈਗੋ ਨਾਲ ਕਿਵੇਂ ਲੜਿਆ ਜਾਣਾ ਹੈ? ਮਨ ਸਮਝਾਵਨ ਕਾਰਨੇ ਕਛੁਅਕ ਪੜੀਐ ਗਿਆਨ, ਗਿਆਨ ਕਾ ਬੱਧਾ ਮਨ ਰਹੇ। ਉਹ ਗਿਆਨ ਕਿਵੇਂ ਹੈ? ਬੌਧਿਕ ਨਹੀਂ ਇਕੱਲਾ, ਸਮਝਣਾ, ਜਾਣਨਾ, ਅਪਣਾਉਣਾ, ਉਹਦਾ ਅਭਿਆਸ ਕਰਨਾ, ਪੇਸ਼ੈਂਸ ਰੱਖਣੀ, ਧੀਰਜ ਰੱਖਣਾ। ਉਹਦੇ ਹੋਰ ਬਹੁਤ ਸਾਰੇ ਢੰਗ ਹਨ। ਤਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਜੋੜਿਆਂ ਦੀ ਸੇਵਾ ਨਾ ਕਰੇ ਜਾਂ ਸਫਾਈ ਨਾ ਕਰੇ, ਮੈਂ ਐਸਾ ਬਿਲਕੁਲ ਨਹੀਂ ਕਹਿ ਰਿਹਾ। ਇਹ ਬੜਾ ਜ਼ਰੂਰੀ ਹੈ। ਇਹ ਵੀ ਇੱਕ ਸੇਵਾ ਦੇ ਵਿੱਚੋਂ, ਸੇਵਾਵਾਂ ਦੇ ਵਿੱਚੋਂ ਇੱਕ ਸੇਵਾ ਹੈ। ਜਿਵੇਂ ਆਪਾਂ ਝਾੜੂ ਦਿੰਦੇ ਹਾਂ, ਪੋਚਾ ਲਾਉਂਦੇ ਹਾਂ, ਲੰਗਰ ਬਣਾਉਂਦੇ ਹਾਂ, ਬਰਤਨ ਮਾਂਜਦੇ ਹਾਂ, ਸਫਾਈ ਕਰਦੇ ਹਾਂ, ਜੋੜਿਆਂ ਦੀ ਵੀ ਸਾਂਭ ਸੰਭਾਲ ਤੇ ਸਫਾਈ, ਇਹ ਵੀ ਇੱਕ ਸੇਵਾ ਹੈ। ਪਰ ਮੈਂ ਇਹ ਕਹਿ ਰਿਹਾ ਵੀ ਗੁਰਬਾਣੀ ਦੇ ਕਿਸੇ ਇੱਕ ਲਫ਼ਜ਼ ਨੂੰ ਲੈ ਕੇ ਤੇ ਇਹ ਕਹਿਣਾ ਵੀ ਜੀ ਬਾਣੀ 'ਚ ਲਿਖਿਆ ਮੈਂ ਤਾਂ ਕਰ ਰਿਹਾ, ਇਹ ਅਨਰਥ ਹਨ। ਸ਼ਬਦਾਂ ਦਾ ਗਲਤ ਅਰਥ ਲੈਣਾ, ਸ਼ਬਦਾਂ ਨੂੰ ਗਲਤ ਤਰੀਕੇ ਨਾਲ ਯੂਜ਼ ਕਰਨਾ, ਵਰਤਣਾ ਹੈ। ਗੁਰਬਾਣੀ ਵਿੱਚ ਇਹਦਾ ਬੜਾ ਗੁਰਬਾਣੀ ਫਿਲਾਸਫੀ ਹੈ। ਬਾਣੀ ਤੁਹਾਨੂੰ ਇਹ ਕਹੇਗੀ ਸੇਵਾ ਕਰੋ, ਤੇ ਉਹ ਸੇਵਾ ਬਹੁਤ ਪ੍ਰਕਾਰ ਦੀ ਹੋ ਸਕਦੀ ਹੈ, ਉਹ ਕਈ ਤਰੀਕਿਆਂ ਦੀ ਹੋ ਸਕਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਸੇਵਾ ਦੇ ਬਹੁਤ ਰੂਪ ਬਿਆਨ ਕੀਤੇ ਨੇ। ਉਹ ਤਾਂ ਇਹ ਵੀ ਲਿਖਦੇ ਨੇ, ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੇ, ਵੀ ਉਹ ਗੁਰਸਿੱਖ ਉੱਤਮ ਹੈ ਜਿਹੜਾ ਗੁਰਬਾਣੀ ਦੀਆਂ ਪੋਥੀਆਂ ਲਿਖਦਾ ਹੈ। ਹੁਣ ਇਹਦੇ ਨਾਲ ਉਹਨਾਂ ਨੇ ਕਿੱਡੀ ਵੱਡੀ ਸੇਧ ਬਖਸ਼ ਦਿੱਤੀ ਹੈ ਕੌਮ ਨੂੰ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੇ ਇਸ ਬਚਨ, ਗੁਰੂ ਦੀ ਹਜ਼ੂਰੀ ਦੇ ਸਿੱਖ ਸਨ, ਤੇ ਉਹਨਾਂ ਦੇ ਇਸ ਬਚਨ ਨੇ ਕਿੰਨਿਆਂ ਨੂੰ ਉਤਸ਼ਾਹਿਤ ਕਰ ਦਿੱਤਾ ਵੀ ਇਹ ਬੜੀ ਵੱਡੀ ਸੇਵਾ ਹੈ ਜੇ ਕੋਈ ਆਪਣੇ ਹੱਥੀਂ ਬਾਣੀ ਦੀ ਪੋਥੀ ਲਿਖਦਾ। ਉਹਨਾਂ ਸਮਿਆਂ 'ਚ ਪ੍ਰਿੰਟਿੰਗ ਪ੍ਰੈਸ ਨਹੀਂ ਸੀ, ਹੱਥਾਂ ਨਾਲ ਹੀ ਲਿਖਿਆ ਜਾਂਦਾ ਸੀ। ਤੇ ਲਿਖਣ ਵਾਲੇ ਨੂੰ ਪਹਿਲਾਂ ਸਿੱਖਣਾ ਵੀ ਪਏਗਾ, ਪੜ੍ਹਨਾ ਪਏਗਾ, ਫਿਰ ਉਹਦੀ ਲਿਖਾਈ ਦੀ ਸ਼ੁੱਧਤਾ ਚਾਹੀਦੀ ਹੈ। ਫਿਰ ਬਾਣੀ ਲਿਖਣ ਵਾਸਤੇ ਤਾਂ ਹੋਰ ਵੀ ਉਹਨੂੰ ਧਿਆਨ ਚਾਹੀਦਾ ਹੈ ਵੀ ਉਹ ਲਗ ਮਾਤਰ ਜੋ ਵੀ ਸ਼ੁੱਧਤਾ ਨਾਲ ਲਿਖੇ, ਜੋ ਸਕ੍ਰਿਪਟ ਹੈ ਉਹਦੇ ਵਿੱਚ ਫਰਕ ਨਾ ਪੈਣ ਦੇਵੇ। ਹੁਣ ਜਦੋਂ ਭਾਈ ਸਾਹਿਬ ਐਸਾ ਪ੍ਰਚਾਰ ਕਰਦੇ ਹੋਣਗੇ, ਭਾਈ ਇਹ ਵੀ ਸੇਵਾ ਹੈ, ਖੌਰੇ ਕਿੰਨਿਆਂ ਨੇ ਪੜ੍ਹਨਾ ਸਿੱਖਿਆ ਹੋਏਗਾ, ਭਾਈ ਸਾਹਿਬ ਦੇ ਬਚਨ ਨੂੰ ਪੜ੍ਹ ਕੇ, ਸੁਣ ਕੇ ਪ੍ਰੇਰਨਾ ਕੀਤੀ ਹੋਏਗੀ ਵੀ ਸੇਵਾ ਜੇ ਝਾੜੂ ਦੀ ਸੇਵਾ ਹੈ, ਪਾਣੀ ਲਿਆਉਣ ਦੀ ਸੇਵਾ ਹੈ, ਪੱਖਾ ਝੱਲਣ ਦੀ ਸੇਵਾ ਹੈ, ਹੋਰ ਵੀ ਸੇਵਾਵਾਂ, ਇਹ ਵੀ ਉੱਤਮ ਸੇਵਾ ਹੈ। ਤੋ ਇਹ ਪ੍ਰੇਰਨਾ ਸਰੋਤ ਬਣੀ ਉਹਨਾਂ ਦੀ ਇਹ ਸਿੱਖਿਆ। ਕਈਆਂ ਨੇ ਪੜ੍ਹਨਾ ਸਿੱਖਿਆ, ਪੜ੍ਹ ਕੇ ਫਿਰ ਲਿਖਣਾ ਸਿੱਖਿਆ, ਫਿਰ ਉਹਨਾਂ ਨੇ ਬਾਣੀ ਦਾ ਅਧਿਐਨ ਕੀਤਾ, ਫਿਰ ਉਹਨਾਂ ਪੋਥੀਆਂ ਲਿਖੀਆਂ। ਪੋਥੀਆਂ ਅੱਗੇ ਸੰਗਤ ਵਿੱਚ ਦਿੱਤੀਆਂ ਗਈਆਂ, ਰੇਅਰ ਹੁੰਦੀਆਂ, ਥੋੜ੍ਹੀਆਂ ਹੁੰਦੀਆਂ ਸਨ। ਫਿਰ ਉਹਨਾਂ ਨੂੰ ਪੜ੍ਹਨ ਵਾਲੇ ਵੀ ਥੋੜ੍ਹੇ ਹੁੰਦੇ ਸਨ। ਅੱਖਰੀ ਵਿੱਦਿਆ ਦਾ ਇੰਨਾ ਚਲਨ ਨਹੀਂ ਸੀ। ਆਮ ਸਧਾਰਨ ਤੋਂ ਸਧਾਰਨ ਬੰਦੇ ਲਈ ਐਜੂਕੇਸ਼ਨ ਦੇ ਇੰਨੇ ਡੂੰਘੇ ਪ੍ਰਬੰਧ ਨਹੀਂ ਸਨ ਅੱਜ ਵਰਗੇ। ਫਿਰ ਉਹਨਾਂ ਨੂੰ ਪੜ੍ਹਨ ਤੇ ਸਮਝਣ ਸਮਝਾਉਣ ਵਾਲੇ ਵੱਖਰੇ ਹੁੰਦੇ ਸਨ। ਬਹੁਤ ਲੰਬਾ ਚੌੜਾ ਸਾਲਾਂ ਬੱਧੀ ਉਮਰ, ਦਹਾਕੇ ਲੰਘ ਜਾਂਦੇ ਸਨ ਉਮਰ ਦੇ, ਕੇਵਲ ਇੰਨਾ ਕੰਮ ਸਿੱਖਦਿਆਂ ਲਿਖਦਿਆਂ। ਅੱਜ ਪ੍ਰਿੰਟਿੰਗ ਪ੍ਰੈਸ ਹੈ। ਹੁਣ ਅੱਜ ਜੇ ਕੋਈ ਉਹ ਪੋਥੀ ਲਿਆ ਕੇ ਕਿਸੇ ਤੱਕ ਪਹੁੰਚਦੀ ਕਰ ਦੇਵੇ ਜਾਂ ਕਿਸੇ ਨੂੰ 2-4 ਅੱਖਰ ਸਿਖਾ ਦੇਵੇ ਤੇ ਉਹਦੀ ਵੀ ਸੇਵਾ ਉਨੀ ਹੀ ਮੰਨੀ ਜਾਏਗੀ। ਹੁਣ ਅੱਜ ਜਿਸ ਕਿਉਂਕਿ ਸਾਧਨ ਬਦਲ ਗਏ ਨਾ, ਤੇ ਬਦਲਦੇ ਸਾਧਨਾਂ ਦੇ ਨਾਲ ਤੁਹਾਨੂੰ ਉਹ ਚੀਜ਼ ਜਿਹੜੀ ਹੈ ਉਹਦਾ ਵੀ ਪ੍ਰਚਾਰ ਨਾਲ ਨਾਲ ਕਰਨਾ ਪਏਗਾ। ਉਹਨਾਂ ਸਮਿਆਂ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਨੇ, ਜਿਹੜਾ ਪਾਣੀ ਲੈ ਕੇ ਆਉਂਦਾ ਹੈ ਖੂਹ ਤੋਂ, ਨਦੀ ਤੋਂ, ਦਰਿਆ ਤੋਂ, ਬੜੀ ਵੱਡੀ ਸੇਵਾ ਹੈ। ਪਾਣੀ ਦੀ ਕਿੱਲਤ ਸੀ ਹਰ ਜਗ੍ਹਾ ਤੇ। ਇਸ ਤਰ੍ਹਾਂ ਆਪਣੇ ਵਾਂਗ ਹੁਣ ਜਿਸ ਤਰ੍ਹਾਂ ਦੇ ਸਾਧਨ ਇਸ ਤਰ੍ਹਾਂ ਦੇ ਨਹੀਂ ਸਨ ਹੁੰਦੇ। ਖੂਹਾਂ ਤੋਂ ਪਾਣੀ ਲਿਆਉਣਾ, ਦੂਰੋਂ ਪਾਣੀ ਢੋਣਾ, ਫਿਰ ਦੂਰ ਦਰਾਜ ਤੋਂ ਪਾਣੀ ਭਰ ਕੇ ਭਾਂਡੇ ਲਿਆਉਣੇ, ਉਹਨਾਂ ਨੂੰ ਫਿਰ ਲਿਆ ਕੇ ਵਰਤਣਾ। ਫਿਰ ਕਿਸੇ ਨੇ ਇਸ਼ਨਾਨ ਕਰਨਾ ਹੈ, ਕਿਸੇ ਨੇ ਲੰਗਰ ਲਈ ਵਰਤਣਾ ਹੈ, ਕਿਸੇ ਨੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਪਾਣੀ ਪਿਆਉਣਾ। ਕਿੰਨੇ ਵੱਡੇ ਮਸ਼ੱਕਤ ਵਾਲੇ ਕੰਮ ਸਨ।
ਤੇ ਸਿੱਖ ਬੜੇ ਪ੍ਰੇਮ ਨਾਲ ਇਹ ਸੇਵਾਵਾਂ ਕਰਦੇ ਸਨ। ਉਹਨਾਂ ਦਾ ਆਪਣਾ ਸਟਰਕਚਰ ਜਿਹੜਾ ਸੀ ਉਹ ਇੱਕ ਦੂਜੇ ਦੀ ਹੈਲਪ ਕਰਨਾ, ਮਦਦ ਕਰਨਾ, ਤੇ ਇਹ ਸੇਵਾ ਉਹ ਕਿਸੇ ਮਨੁੱਖ ਲਈ ਨਹੀਂ ਜਾਂ ਕਿਸੇ ਨੂੰ ਰਿਝਾਉਣ ਲਈ ਨਹੀਂ ਸਨ ਕਰਦੇ, ਉਹ ਗੁਰੂ ਦੀ ਭੈ ਭਾਵਨੀ ਤੇ ਪ੍ਰੇਮ ਵਿੱਚ ਕਰਦੇ। ਅੱਜ ਵੀ ਸੰਗਤ ਕਰਦੀ ਹੈ। ਪਰ ਨਾਲ ਇੱਕ ਬੜਾ ਜ਼ਰੂਰੀ ਨੁਕਤਾ ਜਿਹੜਾ ਉਹ ਗੁਰਬਾਣੀ ਵਿੱਚ ਵੀ ਆਇਆ ਤੇ ਭਾਈ ਗੁਰਦਾਸ ਜੀ ਨੇ ਉਹ ਹੈ ਨਾ ਆਪ ਗਣਾਇਆ, ਵੀ ਤੁਸੀਂ ਜੋ ਕਰਦੇ ਉਹਨੂੰ ਗਣਾਉਣਾ ਨਹੀਂ, ਜਤਾਉਣਾ ਨਹੀਂ। ਜੇ ਤੁਸੀਂ ਜਤਾਉਂਦੇ ਹੋ ਫਿਰ ਤੁਸੀਂ ਉਹ ਮਹਿਸੂਸ ਕਰਦੇ ਹੋ ਮੈਂ ਅਹਿਸਾਨ ਕਰ ਰਿਹਾ, ਵੀ ਮੈਂ ਆਹ ਕੀਤਾ, ਮੈਂ ਆਹ ਕਰਦਾ, ਇਹ ਫਿਰ ਤਾਂ ਉਹ ਅਹਿਸਾਨ, ਫਿਰ ਉਹ ਸੇਵਾ ਕਾਹਦੀ ਰਹੀ? ਫਿਰ ਤਾਂ ਉਹ ਤੁਹਾਡੀ ਈਗੋ ਦੀ ਪੂਰਤੀ ਕਰਦੀ ਹੈ ਨਾ, ਤੁਹਾਡੀ ਹਉਮੈ ਦੀ ਪੂਰਤੀ ਵੀ ਤੇ ਨਾਲ ਨਾਲ ਹੋ ਰਹੀ ਹੈ ਨਾ। ਨਾ ਆਪ ਗਣਾਇਆ, ਆਪਣਾ ਆਪ ਗਣਾਇਆ, ਜਤਾਇਆ ਨਹੀਂ ਵੀ ਮੈਂ ਕੀਤਾ। ਮੈਂ ਵਿੱਚੋਂ ਮਨਫੀ ਹੈ, ਆਪਣੀ ਹਉਮੈ ਨੂੰ ਇੱਕ ਸਾਈਡ ਤੇ ਰੱਖ ਦਿੱਤਾ ਗਿਆ। ਸੇਵਾ ਨੂੰ ਇਹ ਇੰਨਾ ਉੱਚਾ ਦਰਜਾ ਹਾਸਲ ਹੈ। ਤੋ ਖੈਰ ਭਾਈ ਸਾਹਿਬ ਜੀ ਨੇ ਵੀ ਬਹੁਤ ਸਾਰੇ ਐਸੇ ਕੰਮਾਂ ਦਾ ਜ਼ਿਕਰ ਕੀਤਾ ਹੈ ਜੋ ਅੱਜ ਸਮੇਂ ਦੇ ਹਾਲਾਤ ਨਾਲ ਬਦਲ ਗਏ ਨੇ, ਪਰ ਉਹਦੀ ਮੂਲ ਭਾਵਨਾ ਨਹੀਂ ਬਦਲੀ। ਹੁਣ ਜੇ ਕੋਈ ਦਰਿਆ ਤੋਂ ਪਾਣੀ ਨਹੀਂ ਲਿਆਉਂਦਾ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਸਿੱਖਾਂ ਦੇ ਵਿੱਚ ਸੇਵਾ ਦਾ ਸੰਕਲਪ ਮੁੱਕ ਗਿਆ। ਅੱਜ ਹੋਰ ਸਾਧਨ ਨੇ, ਹੋਰ ਸਾਧਨਾਂ ਦੇ ਰਾਹੀਂ ਜਦੋਂ ਉਹ ਸੇਵਾ ਕਰਦੇ ਨੇ ਤਾਂ ਉਹ ਭਾਵਨਾ ਜਿਹੜੀ ਹੈ, ਜਿਹੜੀ ਭਾਈ ਗੁਰਦਾਸ ਜੀ ਨੇ ਉਹਨਾਂ ਸ਼ਬਦਾਂ ਦੇ ਪਿੱਛੇ ਬਿਆਨ ਕੀਤੀ ਹੈ, ਉਹ ਅੱਜ ਵੀ ਜਿਉਂਦੀ ਤਿਉਂ ਜਿਉਂਦੀ ਹੈ। ਤੋ ਇੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜਿਹੜਾ ਚਰਨ ਧੂਰ ਸ਼ਬਦ ਹੈ, ਧੂਰ, ਧੂੜੀ ਇਤਿਆਦਿ ਕੇ ਲਫ਼ਜ਼ ਬਾਰ-ਬਾਰ ਆਉਂਦਾ ਹੈ। ਜਨ ਕੇ ਚਰਨ ਵਸੈ ਹੈ ਮੇਰਾ ਹੀ ਹੈ। ਰੱਬ ਦੇ ਪਿਆਰਿਆਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ, ਭਾਵ ਉਹਨਾਂ ਦੇ ਪ੍ਰਤੀ ਨਿਰਮਾਣਤਾ ਮੇਰੇ ਹਿਰਦੇ ਵਿੱਚ ਆ ਜਾਏ। ਸੰਗ ਪੁਨੀਤਾ ਦੇਹੀ, ਤਾਂ ਮੈਂ ਸਮਝਾਂਗਾ ਵੀ ਮੇਰੇ ਅੰਦਰ ਦੀ ਨਿਮਰਤਾ ਨਾਲ ਮੇਰਾ ਜੀਵਨ, ਮੇਰੀ ਦੇਹੀ, ਮੇਰਾ ਸਰੀਰ ਪਵਿੱਤਰ ਹੋ। ਹੁਣ ਜਿਹਦਾ ਸਰੀਰ, ਚੇਤੇ 'ਚ ਰੱਖਿਓ, ਨਿਮਰਤਾ ਤੇ ਸਮਰਪਣ ਭਾਵਨਾ ਨਾਲ ਪਵਿੱਤਰ ਹੁੰਦਾ, ਉਹਨੂੰ ਗੰਗਾ ਜਾ ਕੇ ਡੁਬਕੀ ਲਾਉਣ ਦੀ ਕੀ ਲੋੜ ਹੈ? ਗੁਰਬਾਣੀ ਦੇ ਤੁਸੀਂ ਵਾਕ ਜਦੋਂ ਆਪਾਂ ਧਿਆਨ ਨਾਲ ਪੜ੍ਹਦੇ ਹਾਂ, ਜਨ ਕੇ ਚਰਨ ਵਸੈ, ਤੁਸੀਂ ਤੀਰਥਾਂ ਤੇ ਨਹਾਉਣ ਵਾਲੇ ਨੂੰ ਪੁੱਛ ਕਿਉਂ ਹੋ, ਕਹਿੰਦਾ ਪਾਪ ਲੈ ਜਾਣ, ਸਰੀਰ ਪਵਿੱਤਰ ਹੋ ਜਾਏ। ਹਜ਼ੂਰ ਨੇ ਉਹਦੇ ਬਾਰੇ ਆਪਣਾ ਮਤ ਪੇਸ਼ ਕੀਤਾ ਹੈ ਵੀ ਦੇਈ ਧੋਏ ਨਾ ਉਤਰਸ ਮੈਲ, ਅੰਦਰ ਦੀ ਮੈਲ ਨਹੀਂ ਜਾਂਦੀ, ਅੰਦਰੋਂ ਬੰਦੇ ਦਾ ਸੁਭਾਅ, ਬਿਰਤੀ ਜਿੰਨਾ ਚਿਰ ਨਹੀਂ ਬਦਲਦੀ ਉਹਨਾਂ ਚਿਰ ਉਹ ਪਵਿੱਤਰ ਨਹੀਂ ਹੁੰਦਾ। ਮੈਲਾ ਤੇ ਬਿਰਤੀ ਕਰਕੇ ਹੀ ਹੈ ਨਾ। ਪਾਪ ਤੇ ਬਿਰਤੀ ਕਰਕੇ ਕਰਦਾ ਹੈ ਕਿ ਸਰੀਰ ਕਰਕੇ ਕਰਦਾ ਹੈ? ਬਿਰਤੀ ਕਰਕੇ ਕਰਦਾ ਹੈ, ਮਾੜੀ ਸੋਚ ਕਰਕੇ ਕਰਦਾ ਹੈ। ਤੇ ਜਿੰਨਾ ਚਿਰ ਉਹ ਚੀਜ਼ ਵਿੱਚ ਤਬਦੀਲੀ ਜਾਂ ਪਰਿਵਰਤਨ ਨਹੀਂ ਆਉਂਦਾ, ਜਿੰਨਾ ਚਿਰ ਉੱਥੇ ਚੇਂਜਿੰਗ ਨਹੀਂ ਆਉਂਦੀ, ਉਹਨਾਂ ਚਿਰ ਦੇਹੀ ਨਾਲ, ਦੇਹੀ ਨੂੰ ਧੋਣ, ਦੇਹੀ ਨੂੰ ਸਜਾਉਣ ਨਾਲ ਕੀ ਫਰਕ ਪਏਗਾ? ਕੋਈ ਫਰਕ ਨਹੀਂ ਪੈਣ ਲੱਗਿਆ। ਉਹ ਸਗੋਂ ਹੋਰ ਦੁਨੀਆ ਨੂੰ ਆਪਣੇ ਜਾਲ 'ਚ ਫਸਾਉਣ ਦਾ ਢੰਗ ਬਣ ਜਾਂਦਾ ਹੈ। ਲੋਕ ਸਮਝਦੇ ਨੇ ਬੜਾ ਚੰਗਾ ਹੈ, ਉਹ ਚੰਗੇ 'ਚ ਯਕੀਨ ਕਰ ਲੈਂਦੇ ਨੇ ਤੇ ਬਾਅਦ ਵਿੱਚ ਉਹ ਧੋਖੇ ਦਾ ਸ਼ਿਕਾਰ ਹੁੰਦੇ ਨੇ। ਪਾਪ ਕਰਹਿ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੈ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜਾਮਪੁਰ ਬਾਂਧ ਖਰੇ ਕਲੰਕ। ਕਿੰਨਾ ਸਪਸ਼ਟ ਵਾਕ ਹੈ। ਫਿਰ ਤੋ ਇੱਥੇ ਸਤਿਗੁਰੂ ਨੇ ਪਵਿੱਤਰਤਾ ਕਿਹੜੀ ਚੀਜ਼ ਨਾਲ ਮੰਨੀ? ਜਨ ਕੇ ਚਰਨ ਵਸੈ ਮੇਰਾ ਹੀਰੈ, ਸੰਗ ਪੁਨੀਤਾ ਦੇਹੀ। ਜੇ ਰੱਬੀ ਪਿਆਰਿਆਂ ਦੇ ਚਰਨ ਮੇਰੇ ਹਿਰਦੇ 'ਚ ਵਸਣ, ਭਾਵ ਮੈਂ ਉਹਨਾਂ ਦੀ ਸਿੱਖਿਆ ਨੂੰ ਸਮਰਪਣ ਹੋ ਜਾਵਾਂ ਤੇ ਨਿਮਰਤਾ ਵਿੱਚ ਆ ਜਾਵਾਂ। ਸਮਰਪਣ ਤਾਂ ਨਿਮਰਤਾ ਨਾਲ ਹੀ ਹੋਇਆ ਜਾਣਾ ਹੈ। ਮਹਾਤਮਾ ਬੁੱਧ, ਜਿਨ੍ਹਾਂ ਦਾ ਸਿਧਾਰਥ ਨਾਮ ਸੀ ਰਾਜਕੁਮਾਰ ਸਿਧਾਰਥ, ਜਦੋਂ ਉਹਨਾਂ ਨੇ ਆਪਣਾ ਘਰ ਛੱਡਿਆ ਸੀ ਉਦੋਂ ਰਾਜਕੁਮਾਰ ਸਿਧਾਰਥ ਸਨ। ਜਦੋਂ ਵਾਪਸ ਆਏ ਤੇ ਬੁੱਧ ਹੋ ਗਏ। ਉਹਨਾਂ ਦੇ ਪਿਤਾ ਜੀ, ਇੱਕ ਛੋਟਾ ਜਿਹਾ ਰਾਜ ਸੀ ਉਹਨਾਂ ਦਾ, ਰਜਵਾੜੇ ਸਨ ਛੋਟੇ ਜਿਹੇ, ਨਿੱਕੀ ਜਿਹੀ ਰਿਆਸਤ। ਤਾਂ ਉਹ ਜਿਸ ਵੇਲੇ ਪਿਤਾ ਨੂੰ ਪਤਾ ਲੱਗਿਆ ਵੀ ਮੇਰਾ ਪੁੱਤਰ ਵਾਪਸ ਆਇਆ, ਉਹ ਆਪਣੇ ਲਾਮ ਲਸ਼ਕਰ ਪਰਿਵਾਰ ਦੇ ਨਾਲ, ਹੋਰ ਮੁਖੀ ਸੱਜਣਾ ਦੇ ਨਾਲ, ਆਖਰ ਰਜਵਾੜੇ ਸਨ ਤੇ ਉਹਦੀ ਹੈਸੀਅਤ ਉੱਚੀ ਸੀ ਬਾਕੀ ਪਰਜਾ ਨਾਲੋਂ, ਉਹ ਮਿਲਣ ਗਏ ਬੜੀ ਸੱਜ ਧੱਜ ਨਾਲ। ਬੜੇ ਸਾਲਾਂ ਬਾਅਦ ਉਹਨਾਂ ਦਾ ਮਿਲਾਪ ਆਪਣੇ ਪੁੱਤਰ ਨਾਲ ਹੋ ਰਿਹਾ ਸੀ। ਜਦੋਂ ਉੱਥੇ ਪਹੁੰਚੇ,
ਲੋਕਾਂ ਨੂੰ ਵੇਖਿਆ ਵੀ ਲੋਕ ਉੱਥੇ ਆਏ ਨੇ, ਬੜੇ ਸਤਿਕਾਰ ਨਾਲ ਉਹਨਾਂ ਦੇ ਕੋਲੋਂ ਦੀਖਿਆ ਲੈ ਰਹੇ, ਧਰਮ ਦੀ ਸਿੱਖਿਆ ਗ੍ਰਹਿਣ ਕਰ ਰਹੇ, ਉਹਨਾਂ ਨੂੰ ਆਪਣਾ ਧਾਰਮਿਕ ਆਗੂ ਮੰਨ ਰਹੇ ਨੇ, ਮੇਰੇ ਪੁੱਤਰ ਨੂੰ। ਤਾਂ ਮਨ 'ਚ ਚਾਅ ਆਇਆ ਵੀ ਮੈਂ ਵੀ ਇਹਨਾਂ ਦੇ ਕੋਲੋਂ ਧਰਮ ਦਾ ਉਪਦੇਸ਼ ਲਵਾਂ। ਜਦੋਂ ਪ੍ਰੋਪਰ ਵਿਧੀ ਨੂੰ ਕਿਸੇ ਨੂੰ ਧਾਰਨ ਕਰਨਾ ਹੋਵੇ ਤਾਂ ਉਹਦੇ ਲਈ ਕੁਝ ਚੀਜ਼ਾਂ ਤੁਹਾਨੂੰ ਅਸੈਪਟ ਕਰਨੀਆਂ ਪੈਂਦੀਆਂ ਨੇ। ਉਹ ਜਿਹੜੀ ਮੂਵਮੈਂਟ ਹੁੰਦੀ ਹੈ ਜਾਂ ਉਹ ਜਿਹੜਾ ਪ੍ਰੋਸੈਸ ਹੁੰਦਾ ਹੈ, ਉਹਨੂੰ ਕਿਹਾ ਜਾਂਦਾ ਹੈ ਦੀਖਿਆ ਲੈਣੀ। ਉਹਨਾਂ ਆਪਣੇ ਪੁੱਤਰ ਨੂੰ ਕਿਹਾ ਵੀ ਇੰਨੇ ਲੋਕਾਂ ਨੂੰ ਤੂੰ ਦੀਖਿਆ ਦੇ ਰਿਹਾ, ਆਪਣੇ ਧਰਮ ਵਿੱਚ ਸ਼ਾਮਲ ਕਰ ਰਿਹਾ, ਸਿੱਖਿਆ ਦੇਣ ਲਈ ਉਹਨਾਂ ਨੂੰ ਇਸ ਪ੍ਰੋਸੈਸ ਵਿੱਚ ਤੂੰ ਪਾ ਰਿਹਾ ਹੈ, ਇਸ ਅਭਿਆਸ 'ਚ ਪਾ ਰਿਹਾ, ਮੈਨੂੰ ਵੀ ਦੀਖਿਆ ਦੇ। ਬੁੱਧ ਨੇ ਨਾਥ ਸਿਰ ਲਾਇਆ, ਕਹਿੰਦਾ ਜੀ ਨਹੀਂ ਦੇ ਸਕਦਾ। ਕਿ ਹੁਣ 4 ਬੰਦਿਆਂ 'ਚ ਬੈਠਿਆ ਹੋਇਆ ਜਦੋਂ ਇਹ ਨਾ ਕੀਤੀ ਤੇ ਉਹਨਾਂ ਨੂੰ, ਪਿਓ ਨੂੰ ਬੜਾ ਅਟਪਟਾ ਲੱਗਿਆ ਵੀ ਜਿਨ੍ਹਾਂ ਨੂੰ ਤੂੰ ਜਾਣਦਾ ਨਹੀਂ ਉਹਨਾਂ ਨੂੰ ਤੂੰ ਦੀਖਿਆ ਦਿੰਦਾ, ਮੈਂ ਤਾਂ ਤੇਰਾ ਪਿਓ ਹਾਂ, ਇੱਥੋਂ ਦਾ ਰਾਜਾ, ਮੈਨੂੰ ਨਾ ਕਿਉਂ? ਜਿਨ੍ਹਾਂ ਨੂੰ ਤੂੰ ਜਾਣਦਾ ਨਹੀਂ ਉਹਨਾਂ ਨੂੰ ਤੂੰ ਦੀਖਿਆ, ਉਹ ਆ ਕੇ ਕਹਿੰਦੇ ਜੀ ਦੀਖਿਆ ਦੋ, ਤੂੰ ਦੀਖਿਆ ਦੇ ਦੇਣੇ, ਪੁੱਛਦਾ ਨਹੀਂ, ਨਾ ਨਾਂ ਪੁੱਛਦਾ, ਨਾ ਥਾਂ ਪੁੱਛਦਾ, ਕੌਣ ਨੇ, ਕਿੱਥੋਂ ਆਏ, ਕਿਵੇਂ ਆਏ, ਤੂੰ ਦੀਖਿਆ ਦੇ ਦੇ, ਮੈਨੂੰ ਤਾਂ ਤੂੰ ਜਾਣਦਾ ਹੈ ਨਾ। ਜੇ ਚੱਲ ਮੇਰੇ ਨਾਲ ਤੂੰ ਦੁਨਿਆਵੀ ਸੰਬੰਧ ਹੀ ਮੁਕਾ ਲਿਆ, ਘਰ ਛੱਡ ਗਿਆ ਤੇ ਇੱਥੋਂ ਦੇ ਰਾਜੇ ਹੋਣ ਦੀ ਹੈਸੀਅਤ 'ਚ ਤਾਂ ਤੂੰ ਮੈਨੂੰ ਜਾਣਦਾ ਹੈ ਨਾ, ਇਹ ਸਾਰੇ ਲੋਕ ਮੈਨੂੰ ਜਾਣਦੇ ਨੇ, ਤੇ ਮੈਨੂੰ ਕਿਉਂ ਨਾ ਕੀਤੀ? ਕਹਿਣ ਲੱਗਿਆ ਜੀ ਦਰਅਸਲ ਨਾ ਇਸ ਕਰਕੇ ਕੀਤੀ ਹੈ ਵੀ ਨਾ ਤਾਂ ਇੱਕ ਪੁੱਤਰ ਆਪਣੇ ਪਿਓ ਨੂੰ ਦੀਖਿਆ ਦੇ ਸਕਦਾ ਤੇ ਨਾ ਪਰਜਾ ਜਿਹੜੀ ਉਹ ਰਾਜੇ ਨੂੰ ਦੀਖਿਆ ਦੇ ਸਕਦੀ ਹੈ। ਤੇ ਇਸ ਵੇਲੇ ਤੁਸੀਂ 2 ਤਰ੍ਹਾਂ ਦੀ ਹੈਸੀਅਤ ਨਾਲ ਇੱਥੇ ਬੈਠੇ ਹੋ, ਜਾਂ ਤਾਂ ਪਿਓ ਦੀ ਹੈਸੀਅਤ ਨਾਲ ਤੇ ਜਾਂ ਇੱਥੇ ਰਾਜੇ ਦੀ ਹੈਸੀਅਤ ਨਾਲ। ਕਹਿਣ ਲੱਗਿਆ, ਪਿਤਾ ਨੇ ਆਖਿਆ ਫਿਰ ਕੀ ਕਰਨਾ ਪਏਗਾ? ਕਹਿੰਦਾ ਜੀ ਜਦੋਂ ਦੀਖਿਆ ਦੀ ਲੋੜ ਸਮਝ ਕੇ ਆਉਂਗੇ ਮਿਲ ਜਾਏਗੀ। ਪੁੱਤਰ ਹੋਣ ਦੇ ਨਾਤੇ ਮੈਂ ਪਿਓ ਨੂੰ ਦੀਖਿਆ ਨਹੀਂ ਦੇ ਸਕਦਾ ਤੇ ਪਰਜਾ ਹੋਣ ਦੇ ਨਾਤੇ ਰਾਜੇ ਨੂੰ ਦੀਖਿਆ ਨਹੀਂ ਦਿੱਤੀ ਜਾ ਸਕਦੀ। ਇਸ ਵੇਲੇ ਤੁਹਾਡੇ ਅੰਦਰ ਪਿਓ ਤੇ ਰਾਜੇ ਦੀ ਭਾਵਨਾ ਚੱਲ ਰਹੀ ਹੈ, ਤੁਹਾਡਾ ਇਹ ਰੁਤਬਾ ਹੈ, ਤੁਸੀਂ ਇਹ 2 ਰੁਤਬਿਆਂ ਦੇ ਉੱਤੇ ਇਸ ਵੇਲੇ ਮੇਰੇ ਸਾਹਮਣੇ ਹੋ। ਤੁਸੀਂ ਕੁਝ ਲੈਣ ਤਾਂ ਆਏ ਹੀ ਨਹੀਂ, ਤੁਸੀਂ ਇੱਕ ਪੁੱਤਰ ਨੂੰ ਮਿਲਣ ਆਏ ਹੋ, ਉਹ ਕਾਰਜ ਤੁਹਾਡਾ ਪੂਰਾ ਹੋ ਰਿਹਾ ਹੈ। ਇਹ ਲਾਮ ਲਸ਼ਕਰ ਨਾਲ ਇੱਕ ਰਾਜੇ ਦੀ ਹੈਸੀਅਤ ਵਿੱਚ ਆਏ ਹੋ, ਤੁਹਾਡੀ ਉਹ ਭੁੱਖ ਵੀ ਪੂਰੀ ਹੋ ਰਹੀ ਹੈ। ਦੀਖਿਆ ਦੀ ਤਾਂ ਭੁੱਖ ਹੀ ਨਹੀਂ ਤੁਹਾਨੂੰ, ਇਸ ਕਰਕੇ ਜ਼ਬਰਦਸਤੀ ਤੁਹਾਨੂੰ ਆਪਣੇ ਸੰਗ ਵਿੱਚ ਜਾਂ ਆਪਣੇ ਰਾਹ ਦੇ ਉੱਤੇ ਚਲਾਉਣ ਦਾ ਅਰਥ ਕੋਈ ਨਹੀਂ ਬਚਦਾ। ਪੁੱਛਿਆ ਕੀ ਕਰਨਾ ਪਏਗਾ? ਕਹਿਣ ਲੱਗੇ ਜੀ ਸਧਾਰਨ ਵਿਅਕਤੀਆਂ ਵਾਂਗ ਜਦੋਂ ਮਨ ਚੋਂ ਇਸ ਖਿਆਲ ਦਾ ਤਿਆਗ ਕਰਕੇ ਆਉਂਗੇ ਵੀ ਮੈਂ ਸਿਧਾਰਥ ਦਾ ਬਾਪ ਹਾਂ ਜਾਂ ਮੈਂ ਇੱਥੋਂ ਦਾ ਰਾਜਾ ਹਾਂ, ਜਦੋਂ ਇਹਨਾਂ 2 ਭਾਵਨਾਵਾਂ ਦਾ ਤਿਆਗ ਕਰਕੇ ਆਉਂਗੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪਏਗੀ, ਮੈਂ ਦੀਖਿਆ ਦਿਆਂਗਾ। ਔਰ ਨਾਲ ਇੱਕ ਉਦਾਹਰਣ ਦਿੱਤੀ, ਕਹਿੰਦੇ ਬੰਦਾ ਪਿਆਸਾ ਹੋਵੇ, ਨਦੀ ਦੇ ਤੱਟ ਕੰਢੇ ਦੇ ਉੱਤੇ ਜਾਂਦਾ ਹੈ, ਖੁਦ ਨਿਉਂਦਾ ਹੈ, ਪਾਣੀ ਦੀ ਚੁਲੀ ਭਰਦਾ ਹੈ ਤੇ ਮੂੰਹ ਨੂੰ ਲਾ ਕੇ ਪੀ ਲੈਂਦਾ ਹੈ। ਨਦੀ ਦੇ ਕੰਢੇ ਦੇ ਉੱਤੇ ਜਾ ਕੇ ਖਲੋ ਜਾਣ ਨਾਲ ਨਦੀ ਦਾ ਪਾਣੀ ਉਛਲ ਕੇ ਬੁੱਲਾਂ ਤੱਕ ਕਦੇ ਨਹੀਂ ਆਉਂਦਾ। ਪੀਣ ਵਾਲੇ ਨੂੰ, ਪਿਆਸੇ ਨੂੰ ਨਿਉਣਾ ਪੈਂਦਾ ਹੈ ਤੇ ਉਹ ਪਾਣੀ ਪੀਂਦਾ। ਨਦੀ ਦਾ ਪ੍ਰਵਾਹ ਆਪਣੀ ਰਫ਼ਤਾਰ ਨਾਲ ਵਗਦਾ ਰਹਿੰਦਾ ਹੈ, ਪਾਣੀ ਉਛਲ ਕੇ ਬੁੱਲਾਂ ਤੱਕ ਨਹੀਂ ਆਉਂਦਾ, ਬੰਦੇ ਨੂੰ ਨੀਵੇਂ ਹੋ ਕੇ ਪਾਣੀ ਪੀਣਾ ਪੈਂਦਾ। ਤੋ ਇਹ ਜਿਹੜਾ ਕਮਾਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸਮਰਪਣ ਭਾਵ ਹੋਣਾ, ਤੇ ਸਮਰਪਣ ਭਾਵ ਕਾਹਦੇ ਨਾਲ ਹੋਏਗਾ? ਨਿਮਰਤਾ ਨਾਲ, ਜਿੱਥੇ ਈਗੋ ਨਹੀਂ ਹੋਏਗੀ, ਹਉਮੈ ਨਹੀਂ ਹੋਏਗੀ। ਗੁਰਬਾਣੀ ਵਿੱਚ ਧੂੜ ਹੋਣਾ ਇਹਨੂੰ ਕਿਹਾ ਗਿਆ ਹੈ, ਚਰਨ ਧੂੜ ਮੁਖ ਲਾਈ। ਧੂੜ ਪੀਣ ਦੀ ਗੱਲ ਵੀ ਆਈ, ਹੁਣੇ ਆਪਾਂ ਬਚਨ ਪੜ੍ਹਿਆ ਸੀ, ਮਾਘ ਮੱਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ, ਧੂੜੀ 'ਚ ਇਸ਼ਨਾਨ ਕਰਨਾ ਵੀ ਲਿਖਿਆ। ਤੇ ਇਹ ਵੀ ਧੂੜ ਘੋਲ ਘੋਲ ਪੀਜੈ, ਇਹ ਵੀ ਲਿਖਿਆ। ਪੀਣ ਦਾ ਵੀ ਲਿਖਿਆ, ਮੱਥੇ ਤੇ ਲਾਉਣ ਦਾ ਵੀ ਲਿਖਿਆ ਤੇ ਨਹਾਉਣ ਦਾ ਵੀ ਲਿਖਿਆ। ਫਿਰ ਆਪੇ ਤਿੰਨੇ ਹੀ ਅਪਲਾਈ ਕਿਉਂ ਨਹੀਂ ਕਰਦੇ? ਤੇ ਇੱਥੇ ਧੂੜ ਦਾ ਮਤਲਬ ਡਸਟ ਨਹੀਂ ਹੈ, ਧੂੜ ਦਾ ਮਤਲਬ ਖਾਕਸਾਰ ਹੋਣਾ, ਨਿਮਰਤਾ ਵਿੱਚ ਆਉਣਾ। ਜਿਵੇਂ ਮੈਂ ਭਾਈ ਗੁਰਦਾਸ ਦਾ ਬਚਨ ਪੜ੍ਹਦਾ, ਇਹ ਪ੍ਰਤੀਕ ਸਾਨੂੰ ਸਮਝ ਆਉਣੇ ਚਾਹੀਦੇ, ਨਹੀਂ ਤਾਂ ਬਹੁਤ ਵੱਡਾ ਭੁਲੇਖਾ ਪੈ ਜਾਂਦਾ। ਭਾਈ ਸਾਹਿਬ ਜੀ ਇੱਕ ਜਗ੍ਹਾ ਦੇ ਉੱਤੇ ਲਿਖਦੇ ਹਨ, ਮੇਰੀ ਖੱਲੋਂ ਮੌਜੜੇ ਗੁਰ ਸਿੱਖ ਹੰਡਾਉਂਦੇ। ਬੰਦੇ ਦੀ ਖੱਲ ਦੇ ਕਦੇ ਜੁੱਤੇ ਬਣੇ ਨਹੀਂ, ਅੱਜ ਤੱਕ ਵੇਖਿਆ ਨਹੀਂ ਕਿਤੇ।
ਤੇ ਬਣੇ ਵੀ ਹੋਣ ਤੇ ਗੈਰ ਕਾਨੂੰਨੀ ਹੋਏਗਾ। ਕੋਈ ਸਮਾਜ ਅਲਾਉ ਨਹੀਂ ਕਰੇਗਾ ਵੀ ਕਿਸੇ ਮਨੁੱਖ ਦੀ ਸੱਭਿਅ ਸਮਾਜ ਦੇ ਵਿੱਚ, ਸੱਭਿਅਕ ਸਮਾਜ ਦੇ ਵਿੱਚ, ਤਹਿਜੀਬ ਯਾਫਤਾ ਸਮਾਜ ਦੇ ਵਿੱਚ ਕਿਸੇ ਮਨੁੱਖ ਦੀ ਚਮੜੀ ਦੇ ਜੁੱਤੇ ਬਣਾ ਕੇ ਕੋਈ ਪੈਰਾਂ 'ਚ ਪਾਈ ਫਿਰੇ। ਇਹ ਮਨੁੱਖੀ ਸਮਾਜ ਵਾਸਤੇ ਘਿਰਣਾਯੋਗ ਤੇ ਲਾਹਨਤਯੋਗ ਵਰਤਾਰਾ ਹੋਏਗਾ। ਹਾਂ, ਪਸ਼ੂਆਂ ਦੇ ਚਮੜੇ ਦੇ ਬਣਦੇ ਨੇ, ਹੋਰ ਚੀਜ਼ਾਂ ਦੇ ਬਣਦੇ ਨੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰਹਿਣ ਵਡਭਾਗ ਜਨਾਂ ਦੇ। ਮੈਂ ਚਾਹੁੰਦਾ ਗੁਰਸਿੱਖ ਮੇਰੇ ਚਮੜੇ ਦੇ ਜੁੱਤੇ ਬਣਾ ਕੇ ਪੈਰਾਂ 'ਚ ਪਾ ਲੈਣ ਤੇ ਮੇਰਾ ਜੀਵਨ ਸਫਲ ਹੋ ਜਾਏ। ਭਾਈ ਗੁਰਦਾਸ ਜੀ ਦਾ ਇਹ ਵਾਕ ਸਿੱਖ ਪੰਥ 'ਚੋਂ ਕਿਸੇ ਪੂਰਾ ਕੀਤਾ? ਭਾਈ ਸਾਹਿਬ ਜੀ ਦੀ ਇੱਛਾ ਹੋਵੇ ਤੇ ਸਿੱਖ ਪੂਰੀ ਨਾ ਕਰਨ, ਕਿਵੇਂ ਹੋ ਸਕਦਾ ਸੀ? ਪਰ ਭਾਈ ਸਾਹਿਬ ਜੀ ਦਾ ਤਨ, ਭਾਈ ਸਾਹਿਬ ਜੀ ਦੀ ਜਿਹੜੀ ਕਿਰਿਆ ਹੈ ਸਰੀਰ ਦੀ, ਜਾਂ ਭਾਈ ਸਾਹਿਬ ਜੀ ਦਾ ਜਿਹੜੀ ਦੇਹੀ ਹੈ, ਉਹਨੂੰ ਤਾਂ ਦੂਰੋਂ ਵੇਖ ਕੇ ਸਿੱਖ ਅੱਖ ਨੀਵੀਂ ਕਰਦੇ ਹੋਣਗੇ, ਰਿਸਪੈਕਟ ਨਾਲ, ਸਤਿਕਾਰ ਨਾਲ, ਭਾਈ ਗੁਰਦਾਸ ਜੀ ਆ ਰਹੇ। ਕੋਈ ਇਹ ਕਿਵੇਂ ਸੋਚ ਸਕਦਾ ਸੀ ਕਿ ਭਾਈ ਸਾਹਿਬ ਜੀ ਨੇ ਕਹਿ ਤੇ ਮੈਂ ਪੂਰਾ ਕਰਾਂ? ਨਹੀਂ, ਭਾਈ ਸਾਹਿਬ ਦਾ ਰੁਤਬਾ ਬਹੁਤ ਉੱਚਾ, ਉਹ ਤੱਤਵੇਤਾ ਮਹਾਂਪੁਰਖ ਲੋਕ ਨੇ। ਪਰ ਉਹਨਾਂ ਨੇ ਖਾਹਿਸ਼ ਜ਼ਾਹਰ ਕੀਤੀ ਹੈ ਵੀ ਮੇਰੀ ਖੱਲੋਂ ਮੌਜੜੇ ਮੌਜਿਆਂ ਨੂੰ ਕਹਿੰਦੇ ਆ, ਜੁੱਤਿਆਂ ਨੂੰ, ਚਮੜੇ ਦੇ ਜੁੱਤੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ। ਪਰ ਆਪਾਂ ਸਾਰੇ ਉਸ ਸਮੇਂ ਦਾ ਵੀ ਸਮਾਜ ਸਮਝਦੇ, ਕਿਉਂਕਿ ਉਹਨਾਂ ਨੂੰ ਬੋਲੀ ਦਾ ਤੇ ਪਤਾ ਹੈ ਨਾ। ਤੇ ਅੱਜ ਤੱਕ ਆਪਾਂ ਕਹਿੰਦੇ ਆ ਵੀ ਭਾਈ ਸਾਹਿਬ ਇਹ ਨਿਮਰਤਾ ਵਿੱਚ ਕਥਨ ਕਰਦੇ ਹਨ। ਸਮਰਪਣ ਭਾਵ ਕੀ ਹੈ ਪਿੱਛੇ? ਵੀ ਗੁਰਸਿੱਖ ਦਾ ਜੀਵਨ ਜਿਹੜਾ ਹੈ, ਜਾਂ ਜਿਹੜਾ ਇਹਨਾਂ ਅਸੂਲਾਂ ਦਾ ਪਾਬੰਦ ਗੁਰਸਿੱਖ ਹੈ, ਮੈਂ ਤੋਂ ਸਦਕੇ ਮੇਰੀ ਖਲ ਵੀ ਉਹਦੇ ਕੰਮ ਆ ਜਾਏ ਨਾ, ਮੇਰੀ ਖਲੜੀ ਵੀ ਉਹਦੇ ਕੰਮ ਆ ਜਾਏ, ਉਹਦੇ ਕਦਮਾਂ 'ਚ ਪੈ ਜਾਏ, ਮੈਂ ਇੰਨਾ ਸਦਕੇ ਜਾਨਾ, ਮੈਂ ਇੰਨੀ ਮੁਹੱਬਤ ਕਰਦਾ ਗੁਰਸਿੱਖ ਨੂੰ। ਹਜ਼ੂਰ ਵੀ ਤਾਂ ਬਾਣੀ 'ਚ ਕਹਿੰਦੇ ਨਾ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਗੁਰੂ ਦੀ ਸਿੱਖਿਆ ਲੈ ਕੇ ਤੇ ਅਸੀਂ ਸਿੱਖ ਬਣੇ। ਗੁਰੂ ਸਾਹਿਬ ਉਲਟਾ ਗੁਰਸਿੱਖਾਂ ਦੀ ਧੂੜ ਮੰਗ ਰਿਹਾ। ਵੇਖੋ, ਇਹ ਵਾਕ ਕਦੇ ਸਾਡੇ ਸਾਹਮਣੇ ਆਉਂਦੇ ਨੇ ਨਾ, ਵੀ ਮਹਾਰਾਜ ਆਪਣੀ ਰਸਨਾ ਤੋਂ ਕਹਿੰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ। ਤੇ ਜਦੋਂ ਮਹਾਰਾਜ ਦੇ ਸਤਿਗੁਰਾਂ ਨੇ ਇਹ ਵਾਕ ਸੰਗਤ ਸਾਹਮਣੇ ਉਚਾਰਨ ਕੀਤਾ ਹੋਵੇਗਾ, ਸਿੱਖਾਂ ਹੱਥ ਜੋੜ ਲਏ, ਮਹਾਰਾਜ ਗੁਰਸਿੱਖ ਤੁਹਾਥੋਂ ਪਹਿਲਾਂ ਥੋੜ੍ਹੀ ਨੇ, ਤੁਸੀਂ ਹੋ ਤੇ ਗੁਰਸਿੱਖ ਨੇ। ਗੁਰਸਿੱਖ ਤੁਹਾਡੇ ਤੋਂ ਉੱਚੇ ਕਿਵੇਂ ਹੋ ਗਏ? ਗੁਰੂ ਨੇ ਸਿੱਖ ਬਣਾਏ ਨੇ, ਸਿੱਖਾਂ ਨੇ ਗੁਰੂ ਨਹੀਂ ਬਣਾਇਆ। ਧਿਆਨ 'ਚ ਰੱਖਣਾ। ਅਸੀਂ ਭਾਵੇਂ ਕਥਨ ਕਰਦੇ ਹਾਂ ਗੁਰੂ 20 ਵਿਸਵੇ, ਸੰਗਤ 21 ਵਿਸਵੇ, ਇਹਦਾ ਭਾਵ ਇਹ ਬਿਲਕੁਲ ਨਹੀਂ ਹੈ ਵੀ ਗੁਰੂ ਦਾ ਦਰਜਾ ਸੰਗਤ ਤੋਂ ਨੀਵਾਂ ਹੈ। ਜਹ ਸਤਿਗੁਰ ਤੈਂ ਸਤ ਸੰਗਤ ਬਣਾਈ। ਗੁਰੂ ਸੰਗਤ ਬਣਾਉਂਦਾ ਹੈ, ਗੁਰੂ ਸਿੱਖ ਬਣਾਉਂਦਾ ਹੈ। ਸਿੱਖ ਰਲ ਕੇ ਵੋਟਾਂ ਨਾਲ ਗੁਰੂ ਨਹੀਂ ਚੁਣਦੇ। ਜੇ ਅਸੀਂ ਵੋਟਾਂ ਨਾਲ ਚੁਣਦੇ ਹੁੰਦੇ ਤੇ ਪਿਰਥੀ ਚੰਦ ਸਾਡਾ ਗੁਰੂ ਹੁੰਦਾ। ਜੇ ਵੋਟਾਂ ਨਾਲ ਅਸੀਂ ਸਿੱਖ ਬਣਾਉਂਦੇ ਹੁੰਦੇ ਤੇ ਧੀਰਮਲ ਸਰਕਾਰੀ ਦਬਾਅ ਨਾਲ ਗੁਰੂ ਕਦੋਂ ਦਾ ਬਣ ਜਾਂਦਾ। ਤੇ ਨਾਲੇ ਅਸੀਂ ਵੋਟਾਂ ਨਾਲ ਬਣਾਉਂਦੇ ਵੀ ਤੇ ਕਿਹੋ ਜਿਹਾ ਬਣਾਉਂਦੇ, ਕਿਹਨੂੰ ਭੁੱਲਿਆ? ਲੀਡਰ ਅਸੀਂ ਕਿਹੋ ਜਿਹੇ ਬਣਾਉਂਦੇ ਹਾਂ, ਇਸ ਤਰ੍ਹਾਂ ਦਾ ਅਸੀਂ ਗੁਰੂ ਬਣਾਉਂਦੇ। ਉਹ ਗੁਰੂ ਜਿਹੜਾ ਹੈ ਉਹ ਸਿੱਖ ਘੜਦਾ ਹੈ, ਭੁੱਲਦਾ ਸਿੱਖ ਹੈ, ਤੇ ਮਾਰਗ ਗੁਰੂ ਨੇ ਦੱਸਣਾ ਹੈ। ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਤੋ ਸੰਗਤ ਗੁਰੂ ਨਹੀਂ ਬਣਾਉਂਦੀ, ਨਾ ਸਿੱਖ ਗੁਰੂ ਨੂੰ ਬਣਾਉਂਦਾ ਹੈ। ਗੁਰੂ ਸੰਗਤ ਘੜਦਾ ਹੈ, ਸੰਗਤ ਵਿੱਚੋਂ ਸਿੱਖਿਆ ਦੇ ਕੇ ਉਹ ਸਿੱਖ ਸਾਜਦਾ ਹੈ। ਗੁਰੂ ਦਾ ਰੁਤਬਾ ਉੱਚਾ ਹੈ। ਗੁਰੂ ਕ੍ਰੀਏਟਰ ਹੈ, ਗੁਰੂ ਪ੍ਰੋਡਕਸ਼ਨ ਕਰਦਾ ਹੈ ਸੰਗਤ ਦੇ ਰਾਹੀਂ। ਇਸ ਕਰਕੇ ਜਦੋਂ ਸਤਿਗੁਰੂ ਇਹ ਕਹਿਣ ਗੁਰਸਿੱਖਾਂ ਕੀ ਹਾਰ ਧੂੜ ਦੇ, ਤੇ ਗੁਰੂ ਤੋਂ ਵੱਡਾ ਤੇ ਗੁਰਸਿੱਖ ਨਹੀਂ ਨਾ ਹੋ ਸਕਦਾ। ਪਰ ਹਜ਼ੂਰ ਉੱਥੇ ਮਹੱਤਤਾ ਦੱਸ ਰਹੇ ਨੇ, ਇੰਪੋਰਟੈਂਸ ਦੱਸ ਰਹੇ ਨੇ ਗੁਰਸਿੱਖ ਦੀ। ਇਸ ਕਰਕੇ ਉਹਦੇ ਵਿੱਚ ਜੋ ਸਦਕੇ ਜਾਣ ਦੀ ਭਾਵਨਾ, ਮਾਂ ਨਹੀਂ ਕਹਿ ਦਿੰਦੀ, ਬਾਪ ਨੇ ਕਹਿ ਦਿੰਦਾ ਮੈਂ ਸਦਕੇ ਜਾਣਾ, ਤੇ ਕੁਰਬਾਨ ਤੇਰੇ ਤੋਂ। ਤੇ ਉਹਦੇ ਭਾਵ ਕੀ ਹੁੰਦਾ ਵੀ ਉਹ ਕਿਸੇ ਚੀਜ਼ ਤੋਂ ਇੰਨੀ ਪ੍ਰਭਾਵਿਤ ਹੈ, ਉਹਦੇ ਅੰਦਰੋਂ ਜਦੋਂ ਉਹ ਪ੍ਰੇਮ ਤੇ ਮੁਹੱਬਤ ਦਾ ਪ੍ਰਗਟਾਵਾ ਹੁੰਦਾ ਤੇ ਉਹ ਆਸ਼ਾ ਸ਼ਿਕਾਰ ਰੱਖਦੇ, ਕਹਿ ਮੈਂ ਸਦਕੇ ਜਾਣਾ, ਕੁਰਬਾਨ, ਬਲਿਹਾਰੀ ਵਾਰਨੇ, ਉਸ ਭਾਵ ਵਿੱਚ ਇਹ ਵਾਕ ਹੈ। ਤਾਂ ਉਹਦਾ ਭਾਵ ਗ੍ਰਹਿਣ ਕਰਨਾ ਪਏਗਾ ਨਾ।
ਇਸੇ ਤਰ੍ਹਾਂ ਇੱਥੇ ਵੀ ਭਾਵ ਹੈ, ਮੇਰੇ ਮਾਥੈ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ। ਮੇਰੇ ਮੱਥੇ ਉੱਤੇ ਲੱਗ ਗਈ ਹੈ ਗੋਬਿੰਦ ਦੇ ਚਰਨਾਂ ਦੀ ਧੂੜ। ਪਰਮੇਸ਼ਰ ਦੇ, ਪਰਮੇਸ਼ਰ ਤਾਂ ਕੋਈ ਫਿਜ਼ੀਕਲੀ ਨਹੀਂ ਨਾ, ਇਹ ਵੀ ਤੇ ਭਾਵ ਹੈ ਇਸ ਸ਼ਬਦ ਵਿੱਚ। ਇਹਦਾ ਭਾਵ ਹੈ ਰੱਬੀ ਯਾਦ ਨੂੰ ਮੈਂ ਸਮਰਪਿਤ ਹੋ ਗਿਆ ਹਾਂ। ਨਿਮਰ ਸੁਭਾਅ ਦੇ ਵਿੱਚ ਸਮਰਪਣ ਭਾਵਨਾ ਦੇ ਨਾਲ ਮੈਂ ਰੱਬੀ ਯਾਦ, ਰੱਬੀ ਗੁਣਾਂ ਨੂੰ, ਪਰਮੇਸ਼ਰ ਦੀ ਇਬਾਦਤ ਨੂੰ ਆਪਣੀ ਮਨ ਮਸਤਕ ਵਿੱਚ ਵਸਾ ਲਿਆ ਹੈ, ਸੁਰਤ ਸੋਚ ਮੰਡਲ ਵਿੱਚ ਵਸਾ ਲਿਆ ਹੈ, ਆਪਣੇ ਚੇਤੇ ਚਿੰਤਨ ਤੇ ਹਿਰਦੇ ਵਿੱਚ ਟਿਕਾ ਲਿਆ ਹੈ। ਸੋਰ ਨਰ ਮੋਨ ਜਨ ਤਿਨਹੂ ਤੇ ਦੂਰ। ਕਹਿੰਦੇ ਜੋ ਮੈਂ ਅਵਸਥਾ ਪ੍ਰਾਪਤ ਕਰ ਲਈ ਨਾ, ਭਗਤ ਨਾਮਦੇਵ ਸਾਹਿਬ ਕਹਿੰਦੇ ਮੈਂ ਹੁਣ ਇਹ ਮਹਿਸੂਸ ਕਰਦਾ ਹਾਂ, ਸੁਰ ਨਰ ਦੇਵਤੇ ਆਦਿਕ ਲੋਕ ਵੀ, ਮੋਨ ਜਾਨਾ ਜਿਹੜੇ ਰਿਖੀ ਮੁਨੀ ਤਪਸਵੀ ਜਟਾਧਾਰੀ ਜਿੰਨੇ ਵੀ ਹਨ, ਤਿਨਹੂ ਤੇ ਦੂਰ, ਇਹਨਾਂ ਤੋਂ ਇਹ ਮਨੋਵਸਥਾ ਬਹੁਤ ਦੂਰ ਹੈ। ਇਹ ਵਿਚਾਰੇ ਸਰੀਰ ਨਾਲ ਲੜ ਰਹੇ ਹਨ। ਮੈਂ ਆਪਣੇ ਸੋਚ ਮੰਡਲ, ਸੁਰਤ, ਮਨ, ਹਿਰਦੇ, ਆਤਮਾ ਵਿੱਚ ਪਰਮੇਸ਼ਰ ਦੀ ਯਾਦ ਟਿਕਾ ਲਈ ਹੈ। ਮੇਰਾ ਤਾਲ ਇਹਨਾਂ ਤੋਂ ਬਿਲਕੁਲ ਵੱਖਰਾ ਹੈ। ਫਿਰ ਆਰੰਭ ਦੇ ਵਾਕ ਵਿੱਚ ਫਰਮਾਉਂਦੇ ਹਨ, ਪਤਿਤ ਪਾਵਨ ਮਾਧਵ ਬਿਰਦ ਤੇਰਾ। ਮਾਧਵ ਮਾਇਆ ਦਾ ਪਤੀ, ਭਾਵ ਪ੍ਰਕਿਰਤੀ ਨੂੰ ਰਚਣ ਵਾਲਾ ਸਿਰਜਣਹਾਰ। ਹੇ ਮੇਰੇ ਮਾਧੋ ਪਰਮੇਸ਼ਰ ਜੀਓ, ਸਿਰਜਣਹਾਰ ਵਾਹਿਗੁਰੂ ਜੀਓ, ਪਤਿਤ ਪਾਵਨ। ਪਤਿਤ ਦਾ ਅਰਥ ਹੁੰਦਾ ਹੈ ਡਿੱਗਿਆ, ਕਿਸੇ ਲੈਵਲ ਤੋਂ ਡਿੱਗਿਆ ਹੋਇਆ ਬੰਦਾ, ਨੀਵਾਂ, ਨੀਵੀਂ ਜਗ੍ਹਾ ਤੇ ਜਾ ਕੇ ਕੋਈ ਬੰਦਾ, ਜਿਸ ਨੂੰ ਅਸੀਂ ਕਹਿੰਦੇ ਹਾਂ ਨਿਖਿੱਧ ਕਰਮ ਕਰਨ ਵਾਲਾ। ਇਹਦਾ ਸੰਖੇਪ ਅਰਥ, ਸੌਖਾ ਅਰਥ ਹੋਏਗਾ ਨਿਖਿੱਧ, ਨੀਚ, ਭੈੜੇ ਅਮਲ ਕਮਾਉਣ ਵਾਲਾ ਵਿਅਕਤੀ, ਅਸੂਲਾਂ ਦੀ ਜ਼ਿੰਦਗੀ ਤੋਂ ਥੱਲੇ ਜਾਣ ਵਾਲਾ ਬੰਦਾ, ਪਤਿਤ। ਬਾਣੀ ਚਾਹੁੰਦਾ ਪਤਿਤ ਕਰਮ ਕੀਨੇ, ਨੀਵੇਂ ਕੰਮ ਕੀਤੇ। ਤੋ ਪਤਿਤ ਦਾ ਅਰਥ ਨੀਵਾਂ, ਡਿੱਗਿਆ ਹੋਇਆ। ਪਤਿਤ ਪਾਵਨ, ਪਤਿਤ ਨੂੰ ਵੀ ਜਿਹੜਾ ਪਵਿੱਤਰ ਕਰਦਾ। ਹਾਲਾਂਕਿ ਜਿਹੜਾ ਡਿੱਗਿਆ ਹੋਇਆ ਹੋਵੇ ਜਾਂ ਇਹ ਨਖਿੱਧ ਕਰਮ ਕਰਨ ਵਾਲਾ ਹੋਵੇ, ਉਹਨੂੰ ਨਫ਼ਰਤ ਹੀ ਕਰਦਾ ਹੈ ਆਮ ਸਧਾਰਨ ਮਨੁੱਖ। ਉਹਦੇ ਪ੍ਰਤੀ ਦਇਆ ਦਾ ਭਾਵ ਬੰਦੇ ਅੰਦਰੋਂ ਘਟ ਜਾਂਦਾ। ਤੁਸੀਂ ਵੇਖੋ, ਬੰਦਾ ਕੋਈ ਗਲਤੀ ਕਰੇ ਤੇ ਅਸੀਂ ਉਹਦੇ ਤੇ ਖਿੱਚਦੇ ਹਾਂ, ਤਰਸ ਨਹੀਂ ਕਰਦੇ। ਕੌਣ ਤਰਸ ਕਰਦਾ ਹੈ? ਪਰ ਗੁਰੂ ਉਹਦੇ ਉੱਤੇ ਖਿੱਚਣ ਦੀ ਬਜਾਏ ਤੇ ਤਰਸ ਕਰ, ਕਿਉਂਕਿ ਗੁਰੂ ਨੂੰ ਪਤਾ ਹੈ ਵੀ ਇਹਦੀ ਇਸ ਵੇਲੇ ਸਿਚੁਏਸ਼ਨ, ਇਹਦਾ ਮਾਈਂਡ ਲੈਵਲ ਕੀ ਹੈ, ਇਹ ਕਿਉਂ ਡਿੱਗਿਆ ਇਸ ਜਗ੍ਹਾ ਦੇ ਉੱਤੇ। ਅਸੀਂ ਖੁਦ ਹਜ਼ਾਰਾਂ ਗਲਤੀਆਂ ਕਰਾਂਗੇ, ਪਰ ਜਦੋਂ ਦੂਜਾ ਕਰੇਗਾ ਤੇ ਖਿੱਚ ਜਾਵਾਂਗੇ, ਕਿਉਂਕਿ ਸਾਨੂੰ ਲੱਗਦਾ ਹੈ ਵੀ ਅਸੀਂ ਇਹਦੀ ਗਲਤੀ ਨੂੰ ਪ੍ਰਵਾਨ ਨਹੀਂ ਕਰ ਸਕਦੇ, ਉਹਦੇ ਲਈ ਸਪੇਸ ਨਹੀਂ ਹੈ ਸਾਡੇ ਕੋਲ। ਉਸ ਵੇਲੇ ਸਾਡੇ ਅੰਦਰ ਖਿੱਚ ਕਿਉਂ ਆਈ? ਕਿਉਂਕਿ ਸਾਡੀ ਈਗੋ ਸਾਨੂੰ ਕਹਿੰਦੀ ਹੈ ਵੀ ਇਹ ਗਲਤ ਹੈ ਤੇ ਤੂੰ ਜ਼ਿਆਦਾ ਸਹੀ ਹੈ, ਭਾਵੇਂ ਤੂੰ ਹਜ਼ਾਰ ਗਲਤੀ ਕਰਦਾ ਫਿਰ ਕਿਹੜੀ ਗੱਲ ਹੈ, ਪਰ ਇਹਨੇ ਕਿਉਂ ਕੀਤੀ। ਪਰ ਗੁਰੂ ਦਾ ਕਰਮ ਬਿਲਕੁਲ ਵੱਖਰਾ ਹੈ। ਪਰਮੇਸ਼ਰ ਦਾ ਸੁਭਾਅ ਕੀ ਹੈ? ਪਤਿਤ ਨੂੰ ਪਾਵਨ ਕਰ, ਚਾਰਾ ਜੋਈ ਕਰਨੀ, ਉਹਦੇ ਬਦਲ ਜਾਣ ਦੀ, ਉਹਦੇ ਸੰਭਲ ਜਾਣ ਦੀ, ਉਹਨੂੰ ਨਿਵਾਣ ਤੋਂ ਚੁੱਕਣਾ, ਆਪਣੇ ਬਰਾਬਰ ਤਲ ਤੇ ਲੈ ਆਉਣਾ। ਤੇ ਭਗਤ ਜੀ ਕਹਿੰਦੇ ਨੇ, ਹੇ ਮੇਰੇ ਪਰਮੇਸ਼ਰ, ਪਤਿਤਾਂ ਨੂੰ ਪਾਵਨ ਕਰਨਾ। ਬਿਰਧ, ਬਿਰਧ ਦਾ ਮਤਲਬ ਹੁੰਦਾ ਹੈ ਸੁਭਾਅ। ਜਿਹੜੀ ਚੀਜ਼ ਤੁਹਾਡੇ ਸੁਭਾਅ 'ਚ ਹੈ, ਜਿਹੜੀ ਤੁਸੀਂ ਨੇਮ ਨਾਲ ਕਰਦੇ ਹੋ, ਜਿਹੜੀ ਤੁਹਾਡੇ ਪਾਰਟ ਆਫ ਨੇਚਰ ਹੈ, ਪਾਰਟ ਆਫ ਬਿਹੇਵੀਅਰ ਹੈ, ਉਹ ਚੀਜ਼ ਜਿਹੜੀ ਹੈ, ਜਿਹੜੀ ਰੈਗੂਲਰ ਤੁਹਾਡੇ ਅੰਦਰ ਹੈ, ਜਿਹਨੂੰ ਤੁਸੀਂ ਸਪੈਸ਼ਲੀ ਨਹੀਂ ਕਰਦੇ, ਉਹਨੂੰ ਬਿਰਧ ਕਿਹਾ ਜਾਂਦਾ। ਇਹ ਤੇਰਾ ਬਿਰਧ ਹੈ, ਤੇਰਾ ਸੁਭਾਅ ਹੈ, ਮੁੱਢ ਕਦੀਮ ਦਾ ਸੁਭਾਅ। ਫਿਰ ਆਖਦੇ ਹਨ, ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰਿ ਪ੍ਰਭ ਮੇਰਾ। ਧਨ ਹਨ ਉਹ ਅਸਲ ਮੁਨੀ ਜਨ। ਇੱਕ ਵੇਖੋ, ਜਿਹੜੀ ਆਪਾਂ ਰਹਾਉ ਦੀ ਪੰਕਤੀ ਪੜ੍ਹੀ ਸੀ, ਉੱਥੇ ਲਿਖਿਆ ਸੀ, ਸੁਰ ਨਰ ਮੁਨ ਜਨ ਤਿਨੂ ਤੇ ਦੂਰ। ਇਹ ਮੁਨੀ ਜਨ, ਰਿਖੀਆਂ ਨੂੰ, ਸਾਧੂਆਂ ਨੂੰ ਵੀ ਇਹ ਅਵਸਥਾ ਪ੍ਰਾਪਤ ਨਹੀਂ ਹੋਈ। ਇੱਥੇ ਹੁਣ ਧਨ ਕਹਿ ਰਹੇ ਨੇ, ਧਨ ਤੇ ਵੈ ਮੁਨ ਜਨ, ਧਨ ਹਨ ਉਹ ਮੁਨੀ ਜਨ। ਇੱਥੇ ਮੁਨ ਸ਼ਬਦ ਦਾ ਅਰਥ ਜਿਹੜਾ ਹੈ ਉਹ ਹੈ ਜਿਸ ਨੇ ਦੁੱਖਾਂ ਤੋਂ ਨਿਵਰਤੀ ਦੀ ਅਵਸਥਾ ਹਾਸਲ ਕਰ, ਜਾਂ ਇਉਂ ਕਹਿ ਲਓ, ਜਿਹੜੇ ਦੁੱਖ ਵਿੱਚ ਵੀ ਸਟੇਬਲ ਰਹਿਣਾ ਸਿੱਖ ਗਏ, ਦੁੱਖ ਨੂੰ ਜਰਨ ਦੀ ਤਾਕਤ ਜਿਨ੍ਹਾਂ ਅੰਦਰ ਪੈਦਾ ਹੋ ਗਈ, ਜਿਨ੍ਹਾਂ ਦੀ ਸੁਰਤ ਅਹਿਲ ਹੈ, ਅਡਿੱਗ ਹੈ, ਅਡੋਲ ਹੈ, ਕਿਸੇ ਵੀ ਸਿਚੁਏਸ਼ਨ ਵਿੱਚ
ਐਸੇ ਪਰਮੇਸ਼ਰ ਦੇ ਪਿਆਰ ਵਾਲੇ ਉਹ ਜਿਹੜੇ ਜਨ ਹਨ, ਐਸੇ ਗੁਰਮੁਖ ਪਿਆਰੇ ਜਿਹੜੇ ਹਨ, ਉਹਨਾਂ ਨੂੰ ਭਗਤ ਜੀ ਆਖ ਰਹੇ ਨੇ, ਧੰਨ ਤੇ ਵੈ ਮੋਨ ਜਨ ਜਿਨ ਧਿਆਇਓ ਹਰਿ ਪ੍ਰਭ ਮੇਰਾ। ਜਿਨ੍ਹਾਂ ਨੇ ਐਸੇ ਪਤਿਤ ਪਾਵਨ ਪ੍ਰਭੂ ਨੂੰ ਜਪਿਆ, ਧੰਨ ਨੇ ਉਹ, ਵਡਿਆਈ ਦੇ ਪਾਤਰ, ਧਨਤਾ ਦੇ ਯੋਗ ਨੇ ਉਹ। ਫਿਰ ਅੱਗੇ ਫਰਮਾਉਂਦੇ ਹਨ, ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ। ਦੀਨ ਦਾ ਮਰਤਬਾ ਹੈ ਕੰਗਾਲ, ਗਰੀਬ। ਤੇ ਇੱਥੇ ਗਰੀਬੀ ਜਿਹੜੀ ਹੈ ਉਹ ਦੌਲਤ ਪ੍ਰਾਪਰਟੀ ਦੀ ਨਹੀਂ ਦੱਸੀ, ਇੱਥੇ ਗਰੀਬੀ ਕਿਹੜੀ ਹੈ? ਨਿਮਰਤਾ। ਦੂਜਾ ਭਾਵ ਗਰੀਬੀ ਦਾ ਇੱਕ ਹੋਰ ਹੈ, ਜਿਸ ਮਨੁੱਖ ਦੇ ਪੱਲੇ ਚੰਗਿਆਈ ਨਾ ਹੋਵੇ ਉਹ ਕੰਗਾਲ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਹੜੇ ਕੇਵਲ ਇਹ ਸਮਝਦੇ ਦੌਲਤ ਨਾਲ ਅਮੀਰੀ ਹੁੰਦੀ ਹੈ, ਬਾਕੀ ਕਿਸੇ ਮੋਰਲ ਵੈਲਿਊ ਦੀ ਲੋੜ ਨਹੀਂ, ਕੋਈ ਤੁਹਾਨੂੰ ਅੰਦਰ ਤੁਹਾਡੇ ਕੋਈ ਚੰਗਾ ਸੁਭਾਅ ਵਿਹਾਰ, ਕੋਈ ਜੀਵਨ ਦੀ ਕਮਾਈ ਨਹੀਂ ਹੋਣੀ, ਉਹਦੇ ਵੱਲੋਂ ਧਿਆਨ ਹੀ ਨਹੀਂ ਦਿੰਦੇ, ਉਹ ਤੇ ਸਭ ਤੋਂ ਗਰੀਬ ਨੇ। ਤਾਂ ਉਹਨਾਂ ਗਰੀਬਾਂ ਦੇ ਉੱਤੇ ਵੀ ਉਹ ਦਇਆ ਕਰਦਾ। ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ। ਗਰਭ ਦਾ ਮਤਲਬ ਹੈ ਹਉਮੈ ਦਾ ਪ੍ਰਹਾਰ, ਹਉਮੈ ਦੇ ਸੁਭਾਅ ਦਾ ਨਾਸ਼ ਕਰਦਾ ਹੈ, ਹਉਮੈ ਦਾ ਖੰਡਨ ਕਰਦਾ ਹੈ। ਚਰਨ ਸ਼ਰਨ ਨਾਮਾ ਬਲ ਤਿਹਾਰੀ। ਨਾਮਦੇਵ ਹੀ ਮੇਰੇ ਮਾਲਕ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹੈ, ਤੁਹਾਡੇ ਨਾਮ ਦੀ, ਤੁਹਾਡੀ ਯਾਦ ਦੀ, ਤੁਹਾਡੇ ਗੁਣਾਂ, ਤੁਹਾਡੀ ਭਗਤੀ ਦੀ ਪਨਾਹ ਵਿੱਚ ਹੈ, ਤੇ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਹਜ਼ੂਰ ਕਿਰਪਾ ਕਰਨ, ਸਤਿਗੁਰਾਂ ਦੇ ਪਾਵਨ ਉਪਦੇਸ਼ ਸਾਡੇ ਮਨ ਮਸਤਕ ਵਿੱਚ ਵਸਣ, ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।